लंबा समा हो चुका है जिहड़ा एजुटेशन ते बैठे होए ते जिहड़े इत्थों दे नुमाइंदे ने MP जिहड़े किरण खेर उन्हां वल्लों कोई जिहड़ा हैगा एप्रोप्रिएट कोई इदां दा कोई स्टैप नहीं चुक्या गया जबकि उन्हां दा फर्ज बनदा क्योंकि वो इलैक्टेड MP ने इत्थों दे चंडीगढ़ दे बट उन्हां ने आके बच्चियां दी एक वारी भी सार लैनी कोई जरूरी नहीं समझी। ਇਹਦਾ ਸਹੀ ਤਰੀਕਾ ਇਹੀ ਹੈ ਕਿ ਅਸੀਂ ਆਉਣ ਵਾਲੇ ਇਲੈਕਸ਼ਨ ਹੈ ਅਸੀਂ ਇਕੱਠੇ ਹੋ ਕੇ ਸਰਕਾਰਾਂ ਨੂੰ ਮੂੰਹ ਤੋੜਵਾਂ ਜਵਾਬ ਦਈਏ। देखो पत्र इस करके लिखा गया कि उन्होंने पहला किसी ने कोई जगाउण की कोशिश नहीं की। देखो मीडिया राही खबरां तो पहुँच रही हैं, मैं क्या एक पत्र भी उन्होंने जरूर लिखना चाहिए। वो कि मेरा तरीका है इस यूनीवर्सिटी ਨੂੰ ਵੀ ਆਪਣੇ ਹੱਥਾਂ 'ਚ ਲੈਣਾ ਚਾਹੁੰਦੀ ਹੈ ਜਿੱਦਾਂ ED CBI ਇਵਨ ਨੇ ਬਹੁਤ ਤੁਸੀਂ ਦੇਖਿਆ ਜੁਡੀਸ਼ਲੀ ਵੀ ਇਹਨਾਂ ਨੇ ਬਹੁਤ ਫੈਸਲੇ ਬਦਲੇ ਆ ਤੇ ਬਦਲਣ ਦੀ ਕੋਸ਼ਿਸ਼ ਕਰਦੇ ਆ। ਤੁਹਾਡੀਆਂ ਮਨਸ਼ਾ ਨੇ ਉਹ ਸਾਨੂੰ ਸਾਰੀਆਂ ਕਲੀਅਰ ਨੇ ਤੇ ਅਸੀਂ ਬਕਾਇਦਾ ਇਹ ਸਾਰੇ ਦੇਸ਼ ਦੇ ਵਿੱਚ ਜਾ ਕੇ ਲੋਕਾਂ ਨੂੰ ਜਗਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਸ ਸਰਕਾਰ ਨੂੰ ਜਦੋਂ ਤੱਕ ਆਪਾਂ ਉਖਾੜ ਕੇ ਨਹੀਂ ਸਿੱਟਦੇ ਸਾਡੇ ਕੋਲ ਕੋਈ ਬਦਲ ਨਹੀਂਗਾ ਤਾਂ ਅਸੀਂ ਸ਼ਾਂਤਮਈ ਅੰਦੋਲਨ ਰੱਖਾਂਗੇ। ਸਾਡੇ ਨਾਲ ਅੱਜ ਮੌਜੂਦ ਨੇ ਸਰਦਾਰ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਚੰਡੀਗੜ੍ਹ ਦੇ BJP ਦੇ MP ਕਿਰਨ ਖੇਰ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਸਟੂਡੈਂਟ ਦੀਆਂ ਜਿਹੜੀਆਂ ਮੰਗਾਂ ਜਾਂ ਇਸ ਯੂਨੀਵਰਸਿਟੀ ਦੇ ਵਿੱਚ ਧਰਨਾ ਕਿਉਂ ਲੱਗਿਆ ਹੈ ਉਸ ਦੀਆਂ ਜਿਹੜੀਆਂ ਮੇਨ ਗੱਲਾਂ ਨੇ ਉਸ ਨੂੰ ਉਜਾਗਰ ਕੀਤਾ। ਆਓ ਅਸੀਂ ਉਹਨਾਂ ਦੇ ਨਾਲ ਅੱਜ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮੇਰੇ ਵੱਲੋਂ ਪੱਤਰ ਇਸ ਕਰਕੇ ਲਿਖਿਆ ਹੋਇਆ ਕਿਉਂਕਿ ਆਪਾਂ ਜਦੋਂ ਵੀ ਕੋਈ ਸਾਡੇ ਦੇਸ਼ ਦੇ ਵਿੱਚ ਕੋਈ ਕਿਸੇ ਮੁੱਦੇ ਨੂੰ ਵੀ ਲੈ ਕੇ ਅਸੀਂ ਕੋਈ ਐਜੀਟੇਸ਼ਨ ਕਰਦੇ ਹਾਂ ਤਾਂ ਉਹਦੇ ਐਜੀਟੇਸ਼ਨ ਕਰਨ ਦੇ ਅਲੱਗ-ਅਲੱਗ ਤਰੀਕੇ ਹੁੰਦੇ ਆ ਤੇ ਸੋ ਬੱਚੇ ਆਪਣੀ ਆਵਾਜ਼ ਉਠਾ ਰਹੇ ਨੇ ਤੇ ਉਹ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਜਿਹੜੀ ਯੂਨੀਵਰਸਿਟੀ ਆ ਕਿਉਂ ਬੰਦ ਕੀਤੀ ਗਈ ਹੈ, ਇਹਨਾਂ ਦੀ ਜਿਹੜੀਆਂ ਮੈਸ ਉਹ ਬੰਦ ਕੀਤੀਆਂ ਹੋਈਆਂ, ਜਿਹੜੀ ਹੈਗੀ ਆ ਲਾਇਬ੍ਰੇਰੀ ਉਹ ਬੰਦ ਕੀਤੀ ਹੋਈ ਹੈ ਤੇ ਅਸੀਂ MP ਇਹਨਾਂ ਨੂੰ ਕਿਉਂਕਿ ਲੰਬਾ ਸਮਾਂ ਹੋ ਚੁੱਕਿਆ ਜਿਹੜਾ ਐਜੂਟੇਸ਼ਨ ਤੇ ਬੈਠੇ ਹੋਏ ਆ ਤੇ ਜਿਹੜੇ ਇੱਥੋਂ ਦੇ ਨੁਮਾਇੰਦੇ ਨੇ MP ਜਿਹੜੇ ਕਿਰਨ ਖੇਰ ਉਹਨਾਂ ਵੱਲੋਂ ਕੋਈ ਜਿਹੜਾ ਹੈਗਾ ਐਪਰੋਪ੍ਰੀਏਟ ਕੋਈ ਇਦਾਂ ਦਾ ਕੋਈ ਸਟੈਪ ਨਹੀਂ ਚੱਕਿਆ ਗਿਆ ਜਦਕਿ ਉਹਨਾਂ ਦਾ ਫਰਜ਼ ਬਣਦਾ ਕਿਉਂਕਿ ਉਹ ਇਲੈਕਟਿਡ MP ਨੇ ਇੱਥੋਂ ਦੇ ਚੰਡੀਗੜ੍ਹ ਦੇ ਬਟ ਉਹਨਾਂ ਨੇ ਆ ਕੇ ਬੱਚਿਆਂ ਦੀ ਇੱਕ ਵਾਰੀ ਵੀ ਸਾਰ ਲੈਣੀ ਕੋਈ ਜ਼ਰੂਰੀ ਨਹੀਂ ਸਮਝੀ ਤੇ ਸੋ ਮੇਰੇ ਧਿਆਨ 'ਚ ਆਇਆ ਕਿ ਉਹਨਾਂ ਨੂੰ ਇੱਕ ਵਾਰ ਪੱਤਰ ਲਿਖ ਕੇ ਇਸ ਕਦਮ ਬਾਰੇ ਦੱਸਿਆ ਜਾਏ ਕਿ ਜੋ ਬੱਚੇ ਐਜੀਟੇਸ਼ਨ ਕਰ ਰਹੇ ਨੇ ਉਹਨਾਂ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਇੱਕ ਸਟੈਪ ਲੈਣਾ ਚਾਹੀਦਾ ਤਾਂ ਜੋ ਸੈਂਟਰ ਸਰਕਾਰ ਨਾਲ ਗੱਲ ਕਰਕੇ ਇਹ ਬੱਚਿਆਂ ਦੀਆਂ ਜੋ ਜਾਇਜ਼ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਹੱਲ ਕਰਾਉਣ ਦੀ ਕੋਸ਼ਿਸ਼ ਕਰਨ। ਓਕੇ, ਤੁਹਾਡੀ ਨਜ਼ਰ ਦੇ ਵਿੱਚ ਅਜਿਹਾ ਕਿਉਂ ਹੋ ਰਿਹਾ ਬੱਚਿਆਂ ਦੇ ਨਾਲ ਜਾਂ ਵਿਦਿਆਰਥੀਆਂ ਦੇ ਨਾਲ, ਉਹਨਾਂ ਦੇ ਹੱਕ ਕਿਉਂ ਖੋਏ ਜਾ ਰਹੇ ਆ? ਦੇਖੋ ਇਹਦੇ ਪਿੱਛੇ ਸਾਨੂੰ ਪੂਰੇ ਦੇਸ਼ ਵਾਸੀਆਂ ਨੂੰ ਇੱਕ ਗੱਲ ਸਮਝਣੀ ਪਏਗੀ ਕਿਉਂਕਿ ਅਸੀਂ ਘਰਾਂ ਦੇ ਵਿੱਚ ਆਰਾਮ ਨਾਲ ਬੈਠੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਚੱਲ ਕੋਈ ਨਹੀਂ ਬੱਚੇ ਹੈ ਕਿ ਉਹ ਆਪਣਾ ਹੱਕ ਲੈਣ ਲਈ ਬੈਠੇ ਹੈ ਅਸੀਂ ਆਪਣੇ ਕੰਮ ਕਰੀਏ ਕਿਉਂਕਿ ਅਸੀਂ ਕੰਮ ਨਹੀਂ ਛੱਡ ਸਕਦੇ ਬਟ ਸਾਨੂੰ ਸਾਰੇ ਦੇਸ਼ ਨੂੰ ਜਾਗਣਾ ਪੈਣਾ ਹੈ। ਸਰ ਇਤਿਹਾਸ ਗਵਾਹ ਰਿਹਾ ਕਿ ਜਿਹੜੀ BJP ਸਰਕਾਰ ਹੈ ਉਹ ਲੋਕਾਂ ਦੇ ਉੱਤੇ ਤਸ਼ੱਦਦ ਢਾਉਂਦੀ, ਚਾਹੇ ਉਹ ਆਪਾਂ ਕਿਸਾਨੀ ਪ੍ਰੋਟੈਸਟ ਦੀ ਗੱਲ ਕਰੀਏ, ਚਾਹੇ ਪਿਛਲੇ ਸਾਲ ਦੇ ਵਿੱਚ ਜਦੋਂ ਜਾਮੀਆਂ ਦੇ ਵਿੱਚ ਜਾਂ JNU ਦੇ ਵਿੱਚ ਸਟੂਡੈਂਟ ਨੇ ਪ੍ਰੋਟੈਸਟ ਕਰਿਆ ਸੀ ਤਾਂ ਉਹਨਾਂ ਦੇ ਨਾਲ ਉਹਨਾਂ ਨੇ ਕਿੰਨੀ ਕੁੱਟਮਾਰ ਕਰੀ, ਕੁੜੀਆਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਤੁਹਾਨੂੰ ਲੱਗਦਾ ਕਿ ਇਸ ਜਗ੍ਹਾ ਉੱਤੇ ਵੀ ਇਹੋ ਜਿਹੀ ਸ਼ਰਾਰਤ ਜਾਂ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ? ਦੇਖੋ ਤੁਸੀਂ ਕੈਮਰਾ ਘੁਮਾ ਕੇ ਦੇਖੋ ਇੱਥੇ ਚਾਰੇ ਤਰਫ ਇੱਕ ਜਿੱਦਾਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਬਾਉਂਡਰੀ ਹੈ ਉਦੋਂ ਬੈਰੀਕੇਡਿੰਗ ਕੀਤੀ ਹੋਈ ਹੈ ਜਿੱਦਾਂ ਇਹ ਸਾਡੇ ਕੋਈ ਸਾਨੂੰ ਇਹ ਜਵਾਬ ਦੇ ਨਹੀਂ ਹੁੰਦੇ ਇਦਾਂ ਦਾ ਮਾਹੌਲ ਬਣ ਗਿਆ। ਕੋਈ ਸਰਕਾਰਾਂ ਕੋਈ MP ਕੋਈ ਇਹਨਾਂ ਦੇ MLAs ਇਹ ਸਾਨੂੰ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ, ਸਿਰਫ ਸਾਨੂੰ ਦਬਾਉਣਾ ਚਾਹੁੰਦੇ। ਜਿਵੇਂ ਕਿ ਤੁਸੀਂ ਹਰਿਆਣਾ ਦੇ ਵਿੱਚ ਵੀ ਕਰਨਾਲ ਦੇ ਵਿੱਚ ਦੇਖਿਆ ਕਿਸਾਨਾਂ ਨਾਲ ਕੀ ਕੀਤਾ ਗਿਆ, ਯੈਸਟਰਡੇ ਤੁਸੀਂ ਮੋਗਾ 'ਚ ਦੇਖਿਆ ਕਿ ਸਾਡੇ ਕਿਸਾਨਾਂ ਨਾਲ ਕਿੱਦਾਂ ਤਸ਼ੱਦਦ ਕੀਤਾ ਗਿਆ। ਇਹ ਸਰਕਾਰਾਂ ਤੋਂ ਅਸੀਂ ਜਵਾਬ ਮੰਗਣਾ ਚਾਹੁੰਦੇ ਹਾਂ, ਸਰਕਾਰਾਂ ਸਾਨੂੰ ਜਵਾਬ ਨਹੀਂ ਦੇਣਾ ਚਾਹੁੰਦੀਆਂ ਤੇ ਉਸ ਕਰਕੇ ਸਾਨੂੰ ਯੂਨਾਈਟ ਹੋਣ ਦੀ ਲੋੜ ਹੈ। ਇਹਦਾ ਸਹੀ ਤਰੀਕਾ ਇਹੀ ਹੈ ਕਿ ਅਸੀਂ ਆਉਣ ਵਾਲੇ ਇਲੈਕਸ਼ਨ ਹੈ ਅਸੀਂ ਇਕੱਠੇ ਹੋ ਕੇ ਸਰਕਾਰਾਂ ਨੂੰ ਮੂੰਹ ਤੋੜਵਾਂ ਜਵਾਬ ਦਈਏ ਤੇ ਇਕਜੁੱਟ ਹੋ ਕੇ ਸਾਨੂੰ ਸੰਘਰਸ਼ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਕਈ ਵਾਰ ਘਰਾਂ 'ਚ ਬੈਠੇ ਇਹ ਸੋਚ ਲੈਂਦੇ ਆ ਕਿ ਚਲੋ ਕੋਈ ਗੱਲ ਨਹੀਂ ਕਿ ਲੋਕ ਲੱਗੇ ਹੋਏ ਆ, ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਰੋਲ ਪਲੇ ਕਰਨਾ ਪੈਣਾ ਜੇ ਅਸੀਂ ਆਪਣੀ ਆਉਣ ਵਾਲੀ ਸੰਤਾਨ ਨੂੰ ਬਚਾਉਣਾ ਚਾਹੁੰਦੇ ਆ। ਨਹੀਂ ਤਾਂ ਫਿਰ ਗੱਲ ਉਹੀ ਹੋਏਗੀ, ਇੱਕ ਲਘੂ ਕਥਾ ਹੈਗੀ ਹੈ ਕਿ ਇੱਕ ਰਾਜਾ ਸੀ ਤੇ ਉਹਦੇ ਰਾਜ ਦੇ ਵਿੱਚ ਉਹਨੇ ਸਾਰੇ ਦੇਸ਼ ਦੇ ਵਾਸੀਆਂ ਨੂੰ ਕੈਦ ਕਰ ਲਿਆ ਤਾਂ ਉਹਨਾਂ ਤੋਂ ਕਈ ਤਰ੍ਹਾਂ ਦੇ ਧੱਕੇਸ਼ਾਹੀ ਹੁੰਦੀ ਸੀ, ਉਹਨਾਂ ਨਾਲ ਕੰਮ ਕਰਾਏ ਜਾਂਦੇ ਸੀ ਤੇ ਉਹਨਾਂ ਨੂੰ ਕੈਦ ਰੱਖਿਆ ਜਾਂਦਾ ਸੀ ਤੇ ਪਰ ਜਦੋਂ ਉਹਨਾਂ ਨੂੰ ਛੱਡ ਦਿੱਤਾ ਕਹਿੰਦੇ ਜੀ ਸਾਰਿਆਂ ਨੂੰ ਆਜ਼ਾਦ ਕਰ ਦਿਓ ਤੇ 70% ਲੋਕ ਜਿਹੜੇ ਹੈਗੇ ਵਾਪਸ ਆ ਗਏ ਸੀ। ਕਿਤੇ ਐਦਾਂ ਨਾ ਹੋਵੇ ਕਿ ਸਾਨੂੰ ਗੁਲਾਮੀ ਦੀ ਆਦਤ ਪੈ ਜੇ। ਜਿਹੜਾ ਪੰਜਾਬ ਹੈ ਇਹਦੀ ਮਿੱਟੀ ਦੇ ਵਿੱਚ ਹਮੇਸ਼ਾ ਹੀ ਬਗਾਵਤ ਰਹੀ ਹੈ ਤੇ ਸੱਚ ਦੇ ਜਿਹੜੇ ਹੈਗੇ ਹੱਕ ਦੇ ਵਿੱਚ ਇਹ ਹਾਂ ਦਾ ਨਾਰਾ ਮਾਰਦਾ ਰਿਹਾ, ਚਾਹੇ ਸ਼ਹਾਦਤਾਂ ਵੀ ਹੁੰਦੀਆਂ ਰਹੀਆਂ, ਆਜ਼ਾਦੀ ਹੋਵੇ 84 ਹੋਵੇ, ਪੰਜਾਬ ਤਾਂ ਕਦੇ ਵੀ ਪਿੱਛੇ ਨਹੀਂ ਹਟੇਗਾ। ਪਰ ਅੱਜ ਸਾਨੂੰ ਸਮੁੱਚੇ ਦੇਸ਼ ਨੂੰ ਇਕੱਠੇ ਹੋਣ ਦੀ ਲੋੜ ਹੈ। ਸਰਕਾਰ ਬਹੁਤ ਤਾਕਤਵਰ ਹੋ ਚੁੱਕੀ ਹੈ, ਇਹ ਹਰੇਕ ਮੁੱਦੇ ਨੂੰ
ਜਬਰਨ ਦਬਾਉਣਾ ਚਾਹੁੰਦੀ ਹੈ। ਈਡੀ ਰਾਹੀਂ, ਸੀਬੀਆਈ ਰਾਹੀਂ, ਐਨਆਈਏ ਦੇ ਨੋਟਿਸ ਭੇਜੇ ਜਾਂਦੇ ਹੈ। ਪਰ ਸਾਨੂੰ ਸਾਰੇ ਵਰਗਾਂ ਨੂੰ ਇਕੱਠਾ ਹੋਣਾ ਪਏਗਾ, ਕਿਸਾਨ ਹੋਏ, ਚਾਹੇ ਉਹ ਜੌਬ ਵਾਲੇ ਹੋਣ, ਚਾਹੇ ਉਹ ਕੋਈ ਬਿਜ਼ਨਸਮੈਨ ਹੋਣ। ਜਦੋਂ ਤੱਕ ਅਸੀਂ ਯੂਨਾਈਟ ਨਹੀਂ ਹੋਵਾਂਗੇ, ਇਹ ਸਾਨੂੰ ਜਿਹੜਾ ਹੈਗਾ ਕੁਚਲਣ ਦੀ ਕੋਸ਼ਿਸ਼ ਕਰਨਗੇ। ਬਟ ਅੱਜ ਜਿਹੜੀ ਅੱਗ ਹੈ ਕਿਸੇ ਦੇ ਘਰ ਹੈਗੀ ਹੈ, ਜਿਹਦੇ ਘਰ ਨਹੀਂ ਹੈਗੀ ਆਉਣ ਵਾਲੇ ਸਮੇਂ 'ਚ ਪਹੁੰਚ ਜੂਗੀ ਜੇ ਅਸੀਂ ਇਕੱਠੇ ਨਾ। ਅੱਛਾ ਸਰ, ਜਿਵੇਂ ਸਾਰੇ ਲੋਕ ਪ੍ਰੋਟੈਸਟ ਕਰ ਰਹੇ, ਧਰਨਾ ਲਾ ਰਹੇ, ਬਟ ਤੁਸੀਂ ਇੱਕ ਪੱਤਰ ਲਿਖਿਆ, ਤੁਸੀਂ ਪੱਤਰ ਹੀ ਕਿਉਂ ਲਿਖਿਆ? ਜਾਂ ਇਸ ਪੱਤਰ ਦੇ ਵਿੱਚ ਅਜਿਹਾ ਕੀ ਖਾਸ ਹੈ ਕਿ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਕੁਝ ਚੇਂਜ ਆਵੇਗਾ? ਦੇਖੋ, ਪੱਤਰ ਇਸ ਕਰਕੇ ਲਿਖਿਆ ਗਿਆ ਕਿ ਉਹਨਾਂ ਨੂੰ ਪਹਿਲਾਂ ਕਿਸੇ ਨੇ ਕੋਈ ਜਗਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੇਖੋ, ਮੀਡੀਆ ਰਾਹੀਂ ਖਬਰਾਂ ਤਾਂ ਪਹੁੰਚ ਰਹੀਆਂ, ਮੈਂ ਕਿਹਾ ਇੱਕ ਪੱਤਰ ਵੀ ਉਹਨਾਂ ਨੂੰ ਜ਼ਰੂਰ ਲਿਖਣਾ ਚਾਹੀਦਾ ਹੈ। ਉਹ ਇੱਕ ਮੇਰਾ ਤਰੀਕਾ ਹੈ ਕਿਸੇ ਵੀ ਅੰਦੋਲਨ ਨੂੰ ਲੈ ਕੇ। ਮੈਂ ਮੋਦੀ ਦੇ ਮਦਰ ਨੂੰ ਵੀ ਇੱਕ ਪੱਤਰ ਲਿਖਿਆ ਸੀ। ਤੇ ਇਹ ਜਿਹੜੇ ਗੱਲ ਹੈਗੀ ਅੱਗੇ ਤੁਹਾਡੀ, ਇਹ ਜਿਹੜੀਆਂ ਸਰਕਾਰਾਂ, ਇਹਨਾਂ ਦਾ ਰਵੱਈਆ ਤਾਂ ਜਿਹੜਾ ਹੈਗਾ ਸਾਡੇ ਸਾਹਮਣੇ ਹੀ ਹੈ। ਤੇ ਜਿਹੜੇ ਐਮਪੀ ਆ ਉਹਨਾਂ ਨੂੰ ਵੀ ਇੱਕ ਇੱਥੇ ਆਪਣਾ ਰੋਲ ਪਲੇ ਕਰਨਾ ਚਾਹੀਦਾ ਸੀ। ਉਹ ਤਾਂ ਜਿੱਦਾਂ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਆ। ਜਾਗਣਾ ਚਾਹੀਦਾ, ਬੱਚਿਆਂ ਦੀ ਗੱਲ ਸੁਣਨੀ ਚਾਹੀਦੀ ਹੈ। ਇਹ ਸਾਡੇ ਦੇਸ਼ ਦਾ ਭਵਿੱਖ ਨੇ। ਜੇ ਇਹਨਾਂ ਦਾ ਇਦਾਂ ਹੀ ਇਹਨਾਂ ਦਾ ਚੱਲਦਾ ਰਿਹਾ ਅੰਦੋਲਨ, ਤੇ ਬੱਚਿਆਂ ਦਾ ਅੱਗੇ ਫਿਊਚਰ ਕੀ ਹੋਏਗਾ, ਇਹ ਪੜ੍ਹਾਈ ਕਿੱਦਾਂ ਕਰਨਗੇ? ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਨੂੰ ਦੇਖਣੀਆਂ ਚਾਹੀਦੀਆਂ। ਸਰਕਾਰ ਜਿਹੜੀ ਹੈਗੀ ਹੈ ਇਹ ਬਿਲਕੁਲ ਅੰਨੀ ਤੇ ਬੋਲੀ ਹੋ ਚੁੱਕੀ ਹੈ, ਜਿਹਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸਿਵਾਏ ਕਾਰਪੋਰੇਟ ਦੇ। ਤੇ ਇਹ ਸਿਰਫ ਕਾਰਪੋਰੇਟ ਲਈ ਕੰਮ ਕਰ ਰਹੀ ਹੈ ਜਾਂ ਕਿਸੇ ਖਾਸ ਮੋਟਿਵ ਨੂੰ ਲੈ ਕੇ। ਜਿਵੇਂ ਇਹ ਇਸ ਯੂਨੀਵਰਸਿਟੀ ਨੂੰ ਵੀ ਆਪਣੇ ਹੱਥਾਂ 'ਚ ਲੈਣਾ ਚਾਹੁੰਦੀ ਹੈ, ਜਿੱਦਾਂ ਈਡੀ, ਸੀਬੀਆਈ, ਇਵਨ ਇਹ ਬਹੁਤ ਤੁਸੀਂ ਦੇਖਿਆ ਜੁਡੀਸ਼ਲੀ ਵੀ ਇਹਨਾਂ ਨੇ ਬਹੁਤ ਫੈਸਲੇ ਬਦਲੇ ਆ ਤੇ ਬਦਲਣ ਦੀ ਕੋਸ਼ਿਸ਼ ਕਰਦੇ ਆ। ਤੇ ਇਸ ਕਰਕੇ ਸਾਨੂੰ ਹੁਣ ਸੁਚੇਤ ਹੋਣ ਦੀ ਬਹੁਤ ਲੋੜ ਹੈ। ਅੱਛਾ ਸਰ, ਜਿਵੇਂ ਇਸ ਧਰਨੇ ਦੇ ਉੱਤੇ ਵੱਖ-ਵੱਖ ਕਿਸਾਨ ਆਗੂ ਵੀ ਆ ਰਹੇ ਆ, ਕਲਾਕਾਰ ਵੀ ਆ ਰਹੇ ਆ। ਇਹ ਧਰਨਾ ਸਿਰਫ ਚੰਡੀਗੜ੍ਹ ਦਾ ਜਾਂ ਆਮ ਸਟੂਡੈਂਟਸ ਦਾ ਨਹੀਂ ਰਹਿ ਗਿਆ, ਪੂਰੇ ਵਰਲਡ ਲੈਵਲ ਤੱਕ ਪਹੁੰਚ ਚੁੱਕਿਆ ਹੈ। ਕਿਸਾਨੀ ਧਰਨੇ ਤੇ ਇਸ ਸਟੂਡੈਂਟ ਵਰਗ ਦੇ ਇਸ ਧਰਨੇ ਨੂੰ ਇੱਕ ਕਰਕੇ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸੌਰੀ, ਮੈਂ ਤੁਹਾਡਾ ਪੱਤਰ ਦਾ ਜਵਾਬ ਦੇਣਾ ਭੁੱਲ ਗਿਆ ਸੀ। ਪੱਤਰ ਦੇ ਵਿੱਚ ਲਿਖਿਆ ਗਿਆ ਕਿ ਕਿਤੇ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡ ਵਡੇਰਿਆਂ ਨੇ 84 ਵੇਲੇ, ਉਦੋਂ ਪਹਿਲਾਂ 47 ਵੇਲੇ ਕੁਰਬਾਨੀਆਂ ਦਿੱਤੀਆਂ, ਦੇਸ਼ ਨੂੰ ਆਜ਼ਾਦ ਕਰਾਇਆ, ਕਿਵੇਂ ਅਨਾਜ ਪੈਦਾ ਕੀਤਾ। ਸਾਰੇ ਦੇਸ਼ ਭੁੱਖੇ ਦੇਸ਼ ਨੂੰ, ਜਦੋਂ ਕਿ ਸਾਨੂੰ ਬਾਹਰਲੇ ਦੇਸ਼ਾਂ ਤੇ ਅਸੀਂ ਡਿਪੈਂਡੈਂਟ ਸੀਗੇ, ਤੇ ਸਾਡੇ ਦੇਸ਼ ਦੇ ਵਿੱਚ ਜਿਹੜੇ ਸਾਡੇ ਪੰਜਾਬ ਹਰਿਆਣੇ ਨੇ ਅਨਾਜ ਪੈਦਾ ਕਰਕੇ ਪੂਰੇ ਦੇਸ਼ ਦਾ ਢਿੱਡ ਭਰਿਆ, ਤੇ ਉਹਨਾਂ ਦੇ ਬੱਚਿਆਂ ਦੀ ਸੁਣਵਾਈ ਨਹੀਂ ਹੋ ਰਹੀ। ਬੜੀ ਇੱਕ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ। ਜਿਹੜੀ ਗੱਲ ਤੁਸੀਂ ਕੀਤੀ ਅੰਦੋਲਨ ਦੀ, ਅੰਦੋਲਨ ਜਿਹੜਾ ਇਹ ਹੋ ਰਿਹਾ, ਇਹ ਇੱਕ ਦੂਜੇ ਪਾਸੇ ਦੇਖੀਏ ਤਾਂ ਚੰਗਾ ਸਾਈਨ ਹੈ ਕਿ ਅਸੀਂ ਜਿਹੜੇ ਆ ਸਰਕਾਰਾਂ ਦੀ ਸਿਰਫ ਮਨਮਾਨੀਆਂ ਇੱਥੇ ਨਹੀਂ ਚੱਲਣ ਦੇਣੀਆਂ। ਉਹ ਚਾਹੇ ਸਾਡੇ ਬੱਚੇ ਹੋਣ, ਚਾਹੇ ਸਾਡੇ ਵੱਡੇ ਹੋਣ, ਸਾਰੇ ਅੰਦੋਲਨ 'ਚ ਇਸ ਦਾ ਸਾਥ ਦੇ ਰਹੇ ਨੇ। ਇਹਨਾਂ ਬੱਚਿਆਂ ਦਾ ਅਸੀਂ ਇਹਨਾਂ ਦੇ ਨਾਲ ਹੈ। ਜਦੋਂ ਤੱਕ ਇਹ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਹੈ, ਜਿਵੇਂ ਯੂਨੀਵਰਸਿਟੀ ਨੂੰ ਖੋਲ੍ਹਣਾ, ਹੌਸਟਲ ਪ੍ਰੋਪਰ ਤਰ੍ਹਾਂ ਨਾਲ ਖੋਲ੍ਹਣੇ, ਜੋ ਸੈਨੇਟ ਦੇ ਇਲੈਕਸ਼ਨ ਨਹੀਂ ਕਰਾਏ ਜਾ ਰਹੇ ਉਹਨਾਂ ਨੂੰ ਕਰਾਉਣਾ, ਜਦੋਂ ਤੱਕ ਇਹ ਸਾਡੀਆਂ 100% ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਇਸ ਅੰਦੋਲਨ ਦੇ ਵਿੱਚ ਪੂਰਾ ਅੰਦੋਲਨ ਦਾ ਸਾਥ ਦਿੰਦੇ ਰਹਾਂਗੇ। ਤੇ ਇਸ ਸਰਕਾਰ ਨੂੰ ਦੱਸ ਦਾਂਗੇ ਕਿ ਸਾਡੇ ਦੇਸ਼ ਦੇ ਜਿਹੜੇ ਲੋਕ ਹੈ ਉਹ ਜਾਗ ਚੁੱਕੇ ਹੈ। ਤੁਹਾਡੀਆਂ ਸਾਰੀਆਂ ਜਿਹੜੀਆਂ ਹੈਗੀਆਂ ਨੇ, ਜੋ ਤੁਸੀਂ ਤੁਹਾਡੀਆਂ ਮਨਸ਼ਾ ਨੇ, ਉਹ ਸਾਨੂੰ ਸਾਰੀਆਂ ਕਲੀਅਰ ਨੇ। ਤੇ ਅਸੀਂ ਬਕਾਇਦਾ ਇਹ ਸਾਰੇ ਦੇਸ਼ ਦੇ ਵਿੱਚ ਜਾ ਕੇ ਲੋਕਾਂ ਨੂੰ ਜਗਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਸ ਸਰਕਾਰ ਨੂੰ ਜਦੋਂ ਤੱਕ ਆਪਾਂ ਉਖਾੜ ਕੇ ਨਹੀਂ ਸਿੱਟਦੇ, ਸਾਡੇ ਕੋਲ ਕੋਈ ਬਦਲ ਨਹੀਂਗਾ। ਤਾਂ ਅਸੀਂ ਸ਼ਾਂਤਮਈ ਅੰਦੋਲਨ ਰੱਖਾਂਗੇ ਤੇ ਇਸ ਅੰਦੋਲਨ ਤਦ ਤੱਕ ਖਤਮ ਨਹੀਂ ਕੀਤਾ ਜਦ ਤੱਕ ਸਾਡੀਆਂ ਸਰਕਾਰ ਮੰਗਾਂ ਨਹੀਂ ਮੰਨਦੀ। ਸ਼ੁਕਰੀਆ ਸਰ। ਤਾਂ ਇਹ ਸੀਗੇ ਸਰਦਾਰ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਚੰਡੀਗੜ੍ਹ ਦੇ ਐਮਪੀ, ਬੀਜੇਪੀ ਦੇ ਐਮਪੀ ਕਿਰਨ ਖੇਰ ਨੂੰ ਇੱਕ ਪੱਤਰ ਲਿਖਿਆ, ਜਿਸ ਦੇ ਵਿੱਚ ਸਟੂਡੈਂਟ ਦੀਆਂ ਜਿਹੜੀਆਂ ਮੰਗਾਂ ਨੂੰ ਉਜਾਗਰ ਕਰਕੇ ਲਿਖਿਆ ਗਿਆ ਕਿ ਇਹਨਾਂ ਦੇ ਉੱਤੇ ਗੌਰ ਕੀਤਾ ਜਾਵੇ। ਤੇ ਇਸੇ ਤਰ੍ਹਾਂ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ। ਤੇ ਮੈਂ ਤੁਹਾਡਾ ਆਪਣਾ ਮਨਪ੍ਰੀਤ ਔਲਖ ਤੇ ਕੈਮਰਾਮੈਨ ਪੰਜਾਬੀ ਨਿਊਜ਼। ਐਮਪੀ ਇਹਨਾਂ ਨੂੰ ਕਿਉਂਕਿ ਲੰਬਾ ਸਮਾਂ ਹੋ ਚੁੱਕਿਆ ਜਿਹੜਾ ਐਜੀਟੇਸ਼ਨ ਤੇ ਬੈਠੇ ਹੋਏ ਆ, ਤੇ ਜਿਹੜੇ ਇੱਥੋਂ ਦੇ ਨੁਮਾਇੰਦੇ ਨੇ ਐਮਪੀ ਜਿਹੜੇ ਕਿਰਨ ਖੇਰ, ਉਹਨਾਂ ਵੱਲੋਂ ਕੋਈ ਜਿਹੜਾ ਹੈਗਾ ਐਪਰੋਪ੍ਰੀਏਟ ਕੋਈ ਇਦਾਂ ਦਾ ਕੋਈ ਸਟੈਪ ਨਹੀਂ ਚੱਕਿਆ ਗਿਆ, ਜਦ ਕਿ ਉਹਨਾਂ ਦਾ ਫਰਜ਼ ਬਣਦਾ, ਕਿਉਂਕਿ ਉਹ ਇਲੈਕਟਿਡ ਐਮਪੀ ਨੇ ਇੱਥੋਂ ਦੇ ਚੰਡੀਗੜ੍ਹ ਦੇ। ਬਟ ਉਹਨਾਂ ਨੇ ਆ ਕੇ ਬੱਚਿਆਂ ਦੀ ਇੱਕ ਵਾਰੀ ਵੀ ਸਾਰ ਲੈਣੀ ਕੋਈ ਜ਼ਰੂਰੀ ਨਹੀਂ ਸਮਝੀ। ਤੇ ਸੋ ਮੇਰੇ ਧਿਆਨ 'ਚ ਆਇਆ ਕਿ ਉਹਨਾਂ ਨੂੰ ਇੱਕ ਵਾਰ ਪੱਤਰ ਲਿਖ ਕੇ ਇਸ ਕਦਮ ਬਾਰੇ ਦੱਸਿਆ ਜਾਏ ਕਿ ਜੋ ਬੱਚੇ ਐਜੀਟੇਸ਼ਨ ਕਰ ਰਹੇ ਨੇ ਉਹਨਾਂ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਇੱਕ ਸਟੈਪ ਲੈਣਾ ਚਾਹੀਦਾ, ਤਾਂ ਜੋ ਸੈਂਟਰ ਸਰਕਾਰ ਨਾਲ ਗੱਲ ਕਰਕੇ ਇਹ ਬੱਚਿਆਂ ਦੀਆਂ ਜੋ ਜਾਇਜ਼ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਹੱਲ ਕਰਾਉਣ ਦੀ ਕੋਸ਼ਿਸ਼ ਕਰਨ। ਤੁਹਾਡੀ ਨਜ਼ਰ ਦੇ ਵਿੱਚ ਅਜਿਹਾ ਕਿਉਂ ਹੋ ਰਿਹਾ ਬੱਚਿਆਂ ਦੇ ਨਾਲ ਜਾਂ ਵਿਦਿਆਰਥੀਆਂ ਦੇ ਨਾਲ? ਉਹਨਾਂ ਦੇ ਹੱਕ ਕਿਉਂ ਖੋਏ ਜਾ ਰਹੇ ਆ? ਦੇਖੋ, ਇਹਦੇ ਪਿੱਛੇ ਸਾਨੂੰ ਪੂਰੇ ਦੇਸ਼ ਵਾਸੀਆਂ ਨੂੰ ਇੱਕ ਗੱਲ ਸਮਝਣੀ ਪਏਗੀ, ਕਿਉਂਕਿ ਅਸੀਂ ਘਰਾਂ ਦੇ ਵਿੱਚ ਆਰਾਮ ਨਾਲ ਬੈਠੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਚੱਲ ਕੋਈ ਨਹੀਂ, ਬੱਚੇ ਹੈ ਕਿ ਉਹ ਆਪਣਾ ਹੱਕ ਲੈਣ ਲਈ ਬੈਠੇ ਹੈ, ਅਸੀਂ ਆਪਣੇ ਕੰਮ ਕਰੀਏ ਕਿਉਂਕਿ ਅਸੀਂ ਕੰਮ ਨਹੀਂ ਛੱਡ ਸਕਦੇ। ਬਟ ਸਾਨੂੰ ਸਾਰੇ ਦੇਸ਼ ਨੂੰ ਜਾਗਣਾ ਪੈਣਾ ਹੈ। ਸਰ, ਇਤਿਹਾਸ ਗਵਾਹ ਰਿਹਾ ਕਿ ਜਿਹੜੀ ਬੀਜੇਪੀ ਸਰਕਾਰ ਹੈ ਉਹ ਲੋਕਾਂ ਦੇ ਉੱਤੇ ਤਸ਼ੱਦਦ ਢਾਉਂਦੀ ਹੈ। ਚਾਹੇ ਉਹ ਆਪਾਂ ਕਿਸਾਨੀ ਪ੍ਰੋਟੈਸਟ ਦੀ ਗੱਲ ਕਰੀਏ, ਚਾਹੇ ਪਿਛਲੇ ਸਾਲ ਦੇ ਵਿੱਚ ਜਦੋਂ ਜਾਮੀਆਂ ਦੇ ਵਿੱਚ ਜਾਂ ਜੀਐਨਯੂ ਦੇ ਵਿੱਚ ਸਟੂਡੈਂਟ ਨੇ ਪ੍ਰੋਟੈਸਟ ਕਰਿਆ ਸੀ, ਤਾਂ ਉਹਨਾਂ ਦੇ ਨਾਲ ਉਹਨਾਂ ਨੇ ਕਿੰਨੀ ਕੁੱਟਮਾਰ ਕਰੀ, ਕੁੜੀਆਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਤੁਹਾਨੂੰ ਲੱਗਦਾ ਕਿ ਇਸ ਜਗ੍ਹਾ ਉੱਤੇ ਵੀ ਇਹੋ ਜਿਹੀ ਸ਼ਰਾਰਤ ਜਾਂ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ? ਦੇਖੋ, ਤੁਸੀਂ ਕੈਮਰਾ ਘੁਮਾ ਕੇ ਦੇਖੋ, ਇੱਥੇ ਚਾਰੇ ਤਰਫ
ਇੱਕ ਜਿੱਦਾਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਬਾਉਂਡਰੀ ਹੈ ਉਦੋਂ ਬੈਰੀਗੇਟਿੰਗ ਕੀਤੀ ਹੋਈ ਹੈ। ਜਿੱਦਾਂ ਇਹ ਸਾਡੇ ਕੋਈ ਸਾਨੂੰ ਇਹ ਜਵਾਬ ਦੇ ਨਹੀਂ ਹੁੰਦੇ, ਇਦਾਂ ਦਾ ਮਾਹੌਲ ਬਣ ਗਿਆ। ਕੋਈ ਸਰਕਾਰਾਂ, ਕੋਈ MP, ਕੋਈ ਇਹਨਾਂ ਦੇ MLAs ਇਹ ਸਾਨੂੰ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ, ਸਿਰਫ ਸਾਨੂੰ ਦਬਾਉਣਾ ਚਾਹੁੰਦੇ। ਜਿਵੇਂ ਕਿ ਤੁਸੀਂ ਹਰਿਆਣਾ ਦੇ ਵਿੱਚ ਵੀ ਕਰਨਾਲ ਦੇ ਵਿੱਚ ਦੇਖਿਆ ਕਿਸਾਨਾਂ ਨਾਲ ਕੀ ਕੀਤਾ ਗਿਆ। ਯੈਸਟਰਡੇ ਤੁਸੀਂ ਮੋਗਾ 'ਚ ਦੇਖਿਆ ਕਿ ਸਾਡੇ ਕਿਸਾਨਾਂ ਨਾਲ ਕਿੱਦਾਂ ਤਸ਼ੱਦਦ ਕੀਤਾ ਗਿਆ। ਇਹ ਸਰਕਾਰਾਂ ਤੋਂ ਅਸੀਂ ਜਵਾਬ ਮੰਗਣਾ ਚਾਹੁੰਦੇ ਹਾਂ, ਸਰਕਾਰਾਂ ਸਾਨੂੰ ਜਵਾਬ ਨਹੀਂ ਦੇਣਾ ਚਾਹੁੰਦੀਆਂ ਤੇ ਉਸ ਕਰਕੇ ਸਾਨੂੰ ਯੂਨਾਈਟ ਹੋਣ ਦੀ ਲੋੜ ਹੈ। ਇਹਦਾ ਸਹੀ ਤਰੀਕਾ ਇਹੀ ਹੈ ਕਿ ਅਸੀਂ ਆਉਣ ਵਾਲੇ ਇਲੈਕਸ਼ਨ ਹੈ, ਅਸੀਂ ਇਕੱਠੇ ਹੋ ਕੇ ਸਰਕਾਰਾਂ ਨੂੰ ਮੂੰਹ ਤੋੜਵਾਂ ਜਵਾਬ ਦਈਏ ਤੇ ਇਕਜੁੱਟ ਹੋ ਕੇ ਸਾਨੂੰ ਸੰਘਰਸ਼ ਕਰਨ ਦੀ ਲੋੜ ਹੈ। ਕਿਉਂਕਿ ਅਸੀਂ ਕਈ ਵਾਰ ਘਰਾਂ 'ਚ ਬੈਠੇ ਇਹ ਸੋਚ ਲੈਂਦੇ ਆ ਕਿ ਚਲੋ ਕੋਈ ਗੱਲ ਨਹੀਂ ਕਿ ਲੋਕ ਲੱਗੇ ਹੋਏ ਆ, ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਰੋਲ ਪਲੇ ਕਰਨਾ ਪੈਣਾ ਜੇ ਅਸੀਂ ਆਪਣੀ ਆਉਣ ਵਾਲੀ ਸੰਤਾਨ ਨੂੰ ਬਚਾਉਣਾ ਚਾਹੁੰਦੇ ਆ। ਨਹੀਂ ਤਾਂ ਫਿਰ ਗੱਲ ਉਹੀ ਹੋਏਗੀ। ਇੱਕ ਲਘੂ ਕਥਾ ਹੈਗੀ ਹੈ ਕਿ ਇੱਕ ਰਾਜਾ ਸੀ ਤੇ ਉਹਦੇ ਰਾਜ ਦੇ ਵਿੱਚ ਉਹਨੇ ਸਾਰੇ ਦੇਸ਼ ਦੇ ਵਾਸੀਆਂ ਨੂੰ ਕੈਦ ਕਰ ਲਿਆ ਤੇ ਉਹਨਾਂ ਤੋਂ ਕਈ ਤਰ੍ਹਾਂ ਦੇ ਧੱਕੇਸ਼ਾਹੀ ਹੁੰਦੀ ਸੀ, ਉਹਨਾਂ ਨਾਲ ਕੰਮ ਕਰਾਏ ਜਾਂਦੇ ਸੀ ਤੇ ਉਹਨਾਂ ਨੂੰ ਕੈਦ ਰੱਖਿਆ ਜਾਂਦਾ ਸੀ। ਤੇ ਪਰ ਜਦੋਂ ਉਹਨਾਂ ਨੇ ਉਹਨਾਂ ਨੂੰ ਛੱਡ ਦਿੱਤਾ, ਕਹਿੰਦੇ ਜੀ ਸਾਰਿਆਂ ਨੂੰ ਆਜ਼ਾਦ ਕਰ ਦਿਓ, ਤੇ 70% ਲੋਕ ਜਿਹੜੇ ਹੈਗੇ ਆ ਵਾਪਸ ਆ ਗਏ ਸੀ। ਕਿਤੇ ਐਦਾਂ ਨਾ ਹੋਵੇ ਕਿ ਸਾਨੂੰ ਗੁਲਾਮੀ ਦੀ ਆਦਤ ਪੈ ਜੇ। ਜਿਹੜਾ ਪੰਜਾਬ ਹੈ ਇਹਦੀ ਮਿੱਟੀ ਦੇ ਵਿੱਚ ਹਮੇਸ਼ਾ ਹੀ ਬਗਾਵਤ ਰਹੀ ਹੈ ਤੇ ਸੱਚ ਦੇ ਜਿਹੜੇ ਹੈਗੇ ਹੱਕ ਦੇ ਵਿੱਚ ਇਹ ਹਾਂ ਦਾ ਨਾਰਾ ਮਾਰਦਾ ਰਿਹਾ। ਚਾਹੇ ਸ਼ਹਾਦਤਾਂ ਵੀ ਹੁੰਦੀਆਂ ਰਹੀਆਂ, ਆਜ਼ਾਦੀ ਹੋਵੇ, 84 ਹੋਵੇ, ਪੰਜਾਬ ਤਾਂ ਕਦੇ ਵੀ ਪਿੱਛੇ ਨਹੀਂ ਹਟੇਗਾ। ਪਰ ਅੱਜ ਸਾਨੂੰ ਸਮੁੱਚੇ ਦੇਸ਼ ਨੂੰ ਇਕੱਠੇ ਹੋਣ ਦੀ ਲੋੜ ਹੈ। ਸਰਕਾਰ ਬਹੁਤ ਤਾਕਤਵਰ ਹੋ ਚੁੱਕੀ ਹੈ। ਇਹ ਹਰੇਕ ਮੁੱਦੇ ਨੂੰ ਜਬਰਨ ਦਬਾਉਣਾ ਚਾਹੁੰਦੀ ਹੈ। ED ਰਾਹੀਂ, CBI ਰਾਹੀਂ, NIA ਦੇ ਨੋਟਿਸ ਭੇਜੇ ਜਾਂਦੇ ਹੈ। ਪਰ ਸਾਨੂੰ ਸਾਰੇ ਵਰਗਾਂ ਨੂੰ ਇਕੱਠਾ ਹੋਣਾ ਪਏਗਾ। ਕਿਸਾਨ ਹੋਏ, ਚਾਹੇ ਉਹ ਜੌਬ ਵਾਲੇ ਹੋਣ, ਚਾਹੇ ਉਹ ਕੋਈ ਬਿਜ਼ਨਸਮੈਨ ਹੋਣ। ਜਦੋਂ ਤੱਕ ਅਸੀਂ ਯੂਨਾਈਟ ਨਹੀਂ ਹੋਵਾਂਗੇ ਇਹ ਸਾਨੂੰ ਜਿਹੜਾ ਹੈਗਾ ਕੁਚਲਣ ਦੀ ਕੋਸ਼ਿਸ਼ ਕਰਨਗੇ। ਬਟ ਅੱਜ ਜਿਹੜੀ ਅੱਗ ਹੈ ਕਿਸੇ ਦੇ ਘਰ ਹੈਗੀ ਹੈ, ਜਿਹਦੇ ਘਰ ਨਹੀਂ ਹੈਗੀ ਆਉਣ ਵਾਲੇ ਸਮੇਂ 'ਚ ਪਹੁੰਚ ਜੂਗੀ ਜੇ ਅਸੀਂ ਇਕੱਠੇ ਨਾ। ਅੱਛਾ ਸਰ, ਜਿਵੇਂ ਸਾਰੇ ਲੋਕ ਪ੍ਰੋਟੈਸਟ ਕਰ ਰਹੇ, ਧਰਨਾ ਲਾ ਰਹੇ, ਬਟ ਤੁਸੀਂ ਇੱਕ ਪੱਤਰ ਲਿਖਿਆ, ਤੁਸੀਂ ਪੱਤਰ ਹੀ ਕਿਉਂ ਲਿਖਿਆ? ਜਾਂ ਇਸ ਪੱਤਰ ਦੇ ਵਿੱਚ ਅਜਿਹਾ ਕੀ ਖਾਸ ਹੈ ਕਿ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਕੁਝ ਚੇਂਜ ਆਵੇਗਾ? ਦੇਖੋ, ਪੱਤਰ ਇਸ ਕਰਕੇ ਲਿਖਿਆ ਗਿਆ ਕਿ ਉਹਨਾਂ ਨੂੰ ਪਹਿਲਾਂ ਕਿਸੇ ਨੇ ਕੋਈ ਜਗਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੇਖੋ, ਮੀਡੀਆ ਰਾਹੀਂ ਖਬਰਾਂ ਤਾਂ ਪਹੁੰਚ ਰਹੀਆਂ। ਮੈਂ ਕਿਹਾ ਇੱਕ ਪੱਤਰ ਵੀ ਉਹਨਾਂ ਨੂੰ ਜ਼ਰੂਰ ਲਿਖਣਾ ਚਾਹੀਦਾ ਹੈ। ਉਹ ਇੱਕ ਮੇਰਾ ਤਰੀਕਾ ਹੈ ਕਿਸੇ ਵੀ ਅੰਦੋਲਨ ਨੂੰ ਲੈ ਕੇ। ਮੈਂ ਮੋਦੀ ਦੇ ਮਦਰ ਨੂੰ ਵੀ ਇੱਕ ਪੱਤਰ ਲਿਖਿਆ ਸੀ। ਤੇ ਇਹ ਜਿਹੜੇ ਗੱਲ ਹੈਗੀ ਅੱਗੇ ਤੁਹਾਡੀ, ਇਹ ਜਿਹੜੀਆਂ ਸਰਕਾਰਾਂ ਇਹਨਾਂ ਦਾ ਰਵੱਈਆ ਤਾਂ ਜਿਹੜਾ ਹੈਗਾ ਸਾਡੇ ਸਾਹਮਣੇ ਹੀ ਹੈ। ਤੇ ਜਿਹੜੇ MP ਆ ਉਹਨਾਂ ਨੂੰ ਵੀ ਇੱਕ ਇੱਥੇ ਆਪਣਾ ਰੋਲ ਪਲੇ ਕਰਨਾ ਚਾਹੀਦਾ ਸੀ। ਉਹ ਤਾਂ ਜਿੱਦਾਂ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਆ। ਜਾਗਣਾ ਚਾਹੀਦਾ, ਬੱਚਿਆਂ ਦੀ ਗੱਲ ਸੁਣਨੀ ਚਾਹੀਦੀ ਹੈ। ਇਹ ਸਾਡੇ ਦੇਸ਼ ਦਾ ਭਵਿੱਖ ਨੇ। ਜੇ ਇਹਨਾਂ ਦਾ ਇਦਾਂ ਹੀ ਇਹਨਾਂ ਦਾ ਚੱਲਦਾ ਰਿਹਾ ਅੰਦੋਲਨ ਤੇ ਬੱਚਿਆਂ ਦਾ ਅੱਗੇ ਫਿਊਚਰ ਕੀ ਹੋਏਗਾ, ਇਹ ਪੜ੍ਹਾਈ ਕਿੱਦਾਂ ਕਰਨਗੇ? ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਨੂੰ ਦੇਖਣੀਆਂ ਚਾਹੀਦੀਆਂ। ਸਰਕਾਰ ਜਿਹੜੀ ਹੈਗੀ ਹੈ ਇਹ ਬਿਲਕੁਲ ਅੰਨੀ ਤੇ ਬੋਲੀ ਹੋ ਚੁੱਕੀ ਹੈ, ਜਿਹਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸਿਵਾਏ ਕਾਰਪੋਰੇਟ ਦੇ। ਤੇ ਇਹ ਸਿਰਫ ਕਾਰਪੋਰੇਟ ਲਈ ਕੰਮ ਕਰ ਰਹੀ ਹੈ ਜਾਂ ਕਿਸੇ ਖਾਸ ਮੋਟਿਵ ਨੂੰ ਲੈ ਕੇ। ਜਿਵੇਂ ਇਹ ਇਸ ਯੂਨੀਵਰਸਿਟੀ ਨੂੰ ਵੀ ਆਪਣੇ ਹੱਥਾਂ 'ਚ ਲੈਣਾ ਚਾਹੁੰਦੀ ਹੈ, ਜਿੱਦਾਂ ED, CBI। ਇਵਨ ਇਹ ਬਹੁਤ ਤੁਸੀਂ ਦੇਖਿਆ ਜੁਡੀਸ਼ਲੀ ਵੀ ਇਹਨਾਂ ਨੇ ਬਹੁਤ ਫੈਸਲੇ ਬਦਲੇ ਆ ਤੇ ਬਦਲਣ ਦੀ ਕੋਸ਼ਿਸ਼ ਕਰਦੇ ਆ। ਤੇ ਇਸ ਕਰਕੇ ਸਾਨੂੰ ਹੁਣ ਸੁਚੇਤ ਹੋਣ ਦੀ ਬਹੁਤ ਲੋੜ ਹੈ। ਅੱਛਾ ਸਰ, ਜਿਵੇਂ ਇਸ ਧਰਨੇ ਦੇ ਉੱਤੇ ਵੱਖ-ਵੱਖ ਕਿਸਾਨ ਆਗੂ ਵੀ ਆ ਰਹੇ ਆ, ਕਲਾਕਾਰ ਵੀ ਆ ਰਹੇ ਆ। ਇਹ ਧਰਨਾ ਸਿਰਫ ਚੰਡੀਗੜ੍ਹ ਦਾ ਜਾਂ ਆਮ ਸਟੂਡੈਂਟਸ ਦਾ ਨਹੀਂ ਰਹਿ ਗਿਆ, ਪੂਰੇ ਵਰਲਡ ਲੈਵਲ ਤੱਕ ਪਹੁੰਚ ਚੁੱਕਿਆ। ਕਿਸਾਨੀ ਧਰਨੇ ਤੇ ਇਸ ਸਟੂਡੈਂਟ ਵਰਗ ਦੇ ਇਸ ਧਰਨੇ ਨੂੰ ਇੱਕ ਕਰਕੇ ਕਿਸ ਤਰ੍ਹਾਂ ਦੇਖਦੇ? ਦੇਖੋ, ਸੌਰੀ ਮੈਂ ਤੁਹਾਡਾ ਪੱਤਰ ਦਾ ਜਵਾਬ ਦੇਣਾ ਭੁੱਲ ਗਿਆ ਸੀ। ਪੱਤਰ ਦੇ ਵਿੱਚ ਲਿਖਿਆ ਗਿਆ ਕਿ ਕਿਤੇ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡ ਵਡੇਰਿਆਂ ਨੇ 84 ਵੇਲੇ, ਉਦੋਂ ਪਹਿਲਾਂ 47 ਵੇਲੇ ਕੁਰਬਾਨੀਆਂ ਦਿੱਤੀਆਂ, ਦੇਸ਼ ਨੂੰ ਆਜ਼ਾਦ ਕਰਾਇਆ। ਕਿਵੇਂ ਅਨਾਜ ਪੈਦਾ ਕੀਤਾ ਸਾਰੇ ਦੇਸ਼, ਭੁੱਖੇ ਦੇਸ਼ ਨੂੰ। ਜਦੋਂ ਕਿ ਸਾਨੂੰ ਬਾਹਰਲੇ ਦੇਸ਼ਾਂ ਤੇ ਅਸੀਂ ਡਿਪੈਂਡੈਂਟ ਸੀਗੇ ਤੇ ਸਾਡੇ ਦੇਸ਼ ਦੇ ਵਿੱਚ ਜਿਹੜੇ ਸਾਡੇ ਪੰਜਾਬ ਹਰਿਆਣੇ ਨੇ ਅਨਾਜ ਪੈਦਾ ਕਰਕੇ ਪੂਰੇ ਦੇਸ਼ ਦਾ ਢਿੱਡ ਭਰਿਆ ਤੇ ਉਹਨਾਂ ਦੇ ਬੱਚਿਆਂ ਦੀ ਸੁਣਵਾਈ ਨਹੀਂ ਹੋ ਰਹੀ। ਬੜੀ ਇੱਕ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ। ਜਿਹੜੀ ਗੱਲ ਤੁਸੀਂ ਕੀਤੀ ਅੰਦੋਲਨ ਦੀ, ਅੰਦੋਲਨ ਜਿਹੜਾ ਇਹ ਹੋ ਰਿਹਾ, ਇਹ ਇੱਕ ਦੂਜੇ ਪਾਸੇ ਦੇਖੀਏ ਤਾਂ ਚੰਗਾ ਸਾਈਨ ਹੈ ਕਿ ਅਸੀਂ ਜਿਹੜੇ ਆ ਸਰਕਾਰਾਂ ਦੀ ਸਿਰਫ ਮਨਮਾਨੀਆਂ ਇੱਥੇ ਨਹੀਂ ਚੱਲਣ ਦੇਣੀਆਂ। ਉਹ ਚਾਹੇ ਸਾਡੇ ਬੱਚੇ ਹੋਣ, ਚਾਹੇ ਸਾਡੇ ਵੱਡੇ ਹੋਣ, ਸਾਰੇ ਅੰਦੋਲਨ 'ਚ ਇਸ ਦਾ ਸਾਥ ਦੇ ਰਹੇ ਨੇ। ਇਹਨਾਂ ਬੱਚਿਆਂ ਦਾ ਅਸੀਂ ਇਹਨਾਂ ਦੇ ਨਾਲ ਹੈ। ਜਦੋਂ ਤੱਕ ਇਹ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਹੈ, ਜਿਵੇਂ ਯੂਨੀਵਰਸਿਟੀ ਨੂੰ ਖੋਲ੍ਹਣਾ, ਹੌਸਟਲ ਪ੍ਰੋਪਰ ਤਰ੍ਹਾਂ ਨਾਲ ਖੋਲ੍ਹਣੇ, ਜੋ ਸੈਨੇਟ ਦੇ ਇਲੈਕਸ਼ਨ ਨਹੀਂ ਕਰਾਏ ਜਾ ਰਹੇ ਉਹਨਾਂ ਨੂੰ ਕਰਾਉਣਾ, ਜਦੋਂ ਤੱਕ ਇਹ ਸਾਡੀਆਂ 100% ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਇਸ ਅੰਦੋਲਨ ਦੇ ਵਿੱਚ ਪੂਰਾ ਅੰਦੋਲਨ ਦਾ ਸਾਥ ਦਿੰਦੇ ਰਹਾਂਗੇ। ਤੇ ਇਸ ਸਰਕਾਰ ਨੂੰ ਦੱਸ ਦਾਂਗੇ ਕਿ ਸਾਡੇ ਦੇਸ਼ ਦੇ ਜਿਹੜੇ ਲੋਕ ਹੈ ਉਹ ਜਾਗ ਚੁੱਕੇ ਹੈ। ਤੁਹਾਡੀਆਂ ਸਾਰੀਆਂ ਜਿਹੜੀਆਂ ਹੈਗੀਆਂ ਨੇ, ਜੋ ਤੁਸੀਂ ਤੁਹਾਡੀਆਂ ਮਨਸ਼ਾ ਨੇ, ਉਹ ਸਾਨੂੰ ਸਾਰੀਆਂ ਕਲੀਅਰ ਨੇ। ਤੇ ਅਸੀਂ ਬਕਾਇਦਾ ਇਹ ਸਾਰੇ ਦੇਸ਼ ਦੇ ਵਿੱਚ ਜਾ ਕੇ ਲੋਕਾਂ ਨੂੰ ਜਗਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਸ ਸਰਕਾਰ ਨੂੰ ਜਦੋਂ ਤੱਕ ਆਪਾਂ ਉਖਾੜ ਕੇ ਨਹੀਂ ਸਿੱਟਦੇ, ਸਾਡੇ ਕੋਲ ਕੋਈ ਬਦਲ ਨਹੀਂਗਾ। ਤਾਂ ਅਸੀਂ ਸ਼ਾਂਤਮਈ ਅੰਦੋਲਨ ਰੱਖਾਂਗੇ ਤੇ ਇਸ ਅੰਦੋਲਨ ਤਦ ਤੱਕ ਖਤਮ ਨਹੀਂ ਕੀਤਾ ਜਦ ਤੱਕ ਸਾਡੀਆਂ ਸਰਕਾਰ ਮੰਗਾਂ ਨਹੀਂ ਮੰਨਦੀ। ਸ਼ੁਕਰੀਆ ਸਰ। ਤਾਂ ਇਹ ਸੀਗੇ ਸਰਦਾਰ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਚੰਡੀਗੜ੍ਹ ਦੇ MP, BJP ਦੇ MP ਕਿਰਨ ਖੇਰ ਨੂੰ ਇੱਕ ਪੱਤਰ ਲਿਖਿਆ, ਜਿਸ ਦੇ ਵਿੱਚ
ਸਟੂਡੈਂਟ ਦੀਆਂ ਜਿਹੜੀਆਂ ਮੰਗਾਂ ਨੂੰ ਉਜਾਗਰ ਕਰਕੇ ਲਿਖਿਆ ਗਿਆ ਕਿ ਇਹਨਾਂ ਦੇ ਉੱਤੇ ਗੌਰ ਕੀਤਾ ਜਾਵੇ। ਤੇ ਇਸੇ ਤਰ੍ਹਾਂ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ। ਤੇ ਮੈਂ ਤੁਹਾਡਾ ਆਪਣਾ ਮਨਪ੍ਰੀਤ ਔਲਖ ਤੇ ਕੈਮਰਾਮੈਨ ਜੀ ਪੰਜਾਬੀ ਨਿਊਜ਼।